ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਇੰਨਾ ਕੁਝ ਦੇ ਕੇ ਨਿਵਾਜਿਆ ਹੈ। ਬੇਅੰਤ ਦਾਤਾਂ ਸਾਨੂੰ ਦਿੱਤੀਆਂ ਨੇ, ਬੇਅੰਤ ਰਹਿਮਤਾਂ ਵਾਹਿਗੁਰੂ ਜੀ ਨੇ ਸਾਡੇ ਪਰਿਵਾਰ ਤੇ ਕੀਤੀਆਂ ਨੇ। ਹੁਣ ਇੰਨਾ ਕੁਝ ਲੈਣ ਤੋਂ ਬਾਅਦ, ਇੰਨੇ ਪਦਾਰਥ ਭੋਗਣ ਤੋਂ ਬਾਅਦ ਸਾਡਾ ਫਰਜ਼ ਬਣਦਾ ਹੈ ਉਸ ਦੇਣ ਵਾਲੇ ਮਾਲਕ ਦਾ ਸ਼ੁਕਰਾਨਾ ਕਰਨਾ, ਉਹਦੀ ਸਿਫਤ ਸਲਾਹ ਕਰਨੀ, ਉਹਦਾ ਧੰਨਵਾਦ ਕਰਨਾ। ਉਹ ਆਪਾਂ ਬਾਣੀ ਪੜ੍ਹ ਕੇ ਤੇ ਬਾਣੀ ਸੁਣ ਕੇ ਹੀ ਕਰ ਸਕਦੇ ਹਾਂ। ਪਰ ਗੱਲ ਤੇ ਇਹ ਸਮਝਾਈ ਹੈ ਸਤਿਗੁਰੂ ਜੀ ਨੇ ਵੀ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਦੋਂ ਮਨੁੱਖ ਫਿਰ ਬਾਣੀ ਪੜ੍ਹਦਾ ਹੈ ਤੇ ਬਾਣੀ ਪੜ੍ਹਨ ਵਿੱਚ ਵੀ ਆਨੰਦ ਹੁੰਦਾ ਹੈ। ਗੁਰਬਾਣੀ ਨੂੰ ਸੁਣਦਾ ਹੈ, ਉਹਦੇ ਵਿੱਚ ਸੁਣਨ ਵਿੱਚ ਆਨੰਦ ਆਉਂਦਾ ਹੈ। ਜਿਹੜੀ ਆਨੰਦ ਦੀ ਪ੍ਰਾਪਤੀ ਹੈ, ਜੋ ਮਨ ਦਾ ਟਿਕ ਜਾਣਾ, ਸੁਰਤ ਦਾ ਪ੍ਰਭੂ ਚਰਨਾਂ ਵਿੱਚ ਜੁੜ ਜਾਣਾ, ਇਹ ਉਸ ਮਾਲਕ ਦੀ ਕਿਰਪਾ ਸਦਕਾ ਹੀ ਹੈ। ਇੱਥੇ ਸਮਝਾਇਆ ਮੇਰੇ ਮਨ ਨਿਸ਼ਟ ਲੱਗੇ ਪ੍ਰੈ ਬੋਲਾ। ਬੋਲਾ ਤੋਂ ਭਾਵ ਹੈ ਪ੍ਰਭੂ ਦੇ ਸਿਫਤ ਸਲਾਹ ਵਾਲੇ ਬੋਲ, ਜਿਹਦੇ ਵਿੱਚ ਪ੍ਰਭੂ ਦੀ ਉਸਤਤੀ ਹੋਵੇ, ਜਿਹਦੇ ਵਿੱਚ ਵਾਹਿਗੁਰੂ ਜੀ ਦੀ ਵਡਿਆਈ ਹੋਵੇ। ਵੀ ਹੁਣ ਮੇਰੇ ਮਨ ਨੂੰ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਾਲੀ ਬਾਣੀ, ਵਾਹਿਗੁਰੂ ਜੀ ਦੇ ਸਿਫਤ ਸਲਾਹ ਵਾਲੇ ਬਚਨ ਚੰਗੇ ਲੱਗਣ ਲੱਗ ਪਏ ਨੇ। ਪ੍ਰੈ ਬੋਲਾ ਵੀ ਪਿਆਰੇ ਲੱਗਣ ਲੱਗ ਪਏ ਨੇ। ਵੀ ਪ੍ਰਭੂ ਦੀ ਬਾਣੀ, ਵਾਹਿਗੁਰੂ ਜੀ ਦੀ ਬਾਣੀ ਹੁਣ ਮਨ ਨੂੰ ਚੰਗੀ ਲੱਗਦੀ ਹੈ। ਗੁਰੂ ਦੇ ਬਚਨ ਮਨ ਨੂੰ ਪਿਆਰੇ ਲੱਗਦੇ ਨੇ। ਇਹ ਕਦੋਂ ਤੋਂ ਕਿਰਪਾ ਹੋਈ, ਅੱਗੇ ਫਿਰ ਸਮਝਾਇਆ। ਬਚਨ ਪਿਆਰੇ ਲੱਗ ਰਹੇ ਨੇ, ਬਾਣੀ ਪੜ੍ਹਨ ਵਿੱਚ ਆਨੰਦ ਆ ਰਿਹਾ ਹੈ, ਬਾਣੀ ਸੁਣਨ ਵਿੱਚ ਆਨੰਦ ਆ ਰਿਹਾ ਹੈ। ਪਰ ਇਹ ਕਿਰਪਾ ਕਦੋਂ ਹੋਈ? ਗੁਰ ਬਾਹਾਂ ਪਕੜ ਪ੍ਰਭ ਸੇਵਾ ਲਾਏ, ਸਦਾ ਦਿਆਲ ਹਰ ਢੋਲਾ। ਵੀ ਜਿਸ ਦਿਨ ਤੋਂ ਪੂਰੇ ਗੁਰੂ ਨੇ ਮੇਰੀ ਬਾਂਹ ਫੜ ਕੇ ਵਾਹਿਗੁਰੂ ਜੀ ਦੀ ਸੇਵਾ ਭਗਤੀ ਵਿੱਚ ਲਾ ਦਿੱਤਾ ਹੈ, ਜਾਂ ਇੰਜ ਵੀ ਕਹਿ ਸਕਦੇ ਹਾਂ ਵੀ ਜਿਸ ਦਿਨ ਤੋਂ ਪੂਰੇ ਗੁਰੂ ਨੇ ਆਪਣਾ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਰੱਖ ਕੇ ਮੇਰੀ ਬਾਂਹ ਨੂੰ ਫੜਨਾ ਕੀਤਾ ਤੇ ਮੈਨੂੰ ਪ੍ਰਭੂ ਚਰਨਾਂ ਵਿੱਚ ਵਾਹਿਗੁਰੂ ਦੀ ਸੇਵਾ ਵਿੱਚ ਲਾਇਆ ਹੈ, ਉਸ ਦਿਨ ਤੋਂ ਫਿਰ ਵਾਹਿਗੁਰੂ ਜੀ ਦੇ ਉਸਤਤੀ ਵਾਲੇ ਬਚਨ ਬੋਲ ਮੇਰੇ ਮਨ ਨੂੰ ਪਿਆਰੇ ਲੱਗ ਰਹੇ ਨੇ, ਪਿਆਰੇ ਲੱਗਦੇ ਨੇ। ਸਤ ਦਿਆਲ ਹਰ ਢੋਲਾ। ਤੇ ਮੈਨੂੰ ਸਮਝ ਵੀ ਲੱਗ ਗਈ ਹੈ ਵੀ ਉਹ ਮਾਲਕ ਵਾਹਿਗੁਰੂ ਜੀ ਹਰ ਵਕਤ ਮੇਰੇ ਤੇ ਦਿਆਲ ਹੈ, ਹਰ ਵਕਤ ਮੇਰੇ ਤੇ ਕਿਰਪਾ ਕਰ ਰਿਹਾ ਹੈ। ਇਹ ਉਸ ਦਿਨ ਤੋਂ ਸਮਝ ਲੱਗੀ ਜਿਸ ਦਿਨ ਤੋਂ ਪੂਰੇ ਗੁਰੂ ਨੇ ਮੇਰੀ ਬਾਂਹ ਫੜ ਕੇ ਵਾਹਿਗੁਰੂ ਜੀ ਦੀ ਸੇਵਾ ਭਗਤੀ ਵਿੱਚ ਲਾਇਆ ਹੈ। ਦੇਖੋ ਵਾਹਿਗੁਰੂ ਹੈ ਦਿਆਲ ਹੀ ਹੈ, ਜੋ ਬਿਨਾਂ ਮੰਗਿਆ ਸਾਨੂੰ ਸਭ ਕੁਝ ਦੇ ਰਿਹਾ ਹੈ ਤੇ ਇੰਨਾ ਕੁਝ ਦਿੱਤਾ ਤੇ ਦੇ ਕੇ ਚਿਤਾਰਦਾ ਵੀ। ਰਹਾਉ ਅੱਗੇ ਬਖਸ਼ਿਸ਼ ਕੀਤੀ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਤਪਾਲਕ, ਮੋਹਿ ਕਲਤਰ ਸਹਿਤ ਸਭ ਗੋਲਾ। ਪ੍ਰਭ ਤੂੰ ਠਾਕੁਰ। ਵੀ ਹੁਣ ਮੈਨੂੰ ਸਮਝ ਲੱਗੀ ਹੈ, ਪੂਰੇ ਗੁਰੂ ਨੇ ਮੈਨੂੰ ਸੋਝੀ ਬਖਸ਼ੀ ਹੈ ਵੀ ਤੂੰ ਸਾਰਿਆਂ ਦਾ ਮਾਲਕ ਹੈ, ਖਸਮ ਹੈ, ਸਰਬ ਪ੍ਰਤਪਾਲਕ ਤੇ ਸਾਰੇ ਜੀਵਾਂ ਨੂੰ ਪਾਲਣ ਵਾਲਾ, ਸਾਰੇ ਜੀਵਾਂ ਨੂੰ ਪਾਲਣ ਵਾਲਾ ਪ੍ਰਤਪਾਲਕ। ਮੋਹੇ ਕਲਤਰ ਸਹਿਤ ਸਭ ਗੋਲਾ। ਕਲਤਰ ਤੋਂ ਭਾਵ ਹੈ ਇਸਤਰੀ। ਵੀ ਹੁਣ ਮੈਨੂੰ ਸਮਝ ਲੱਗ ਗਈ ਹੈ ਵੀ ਤੂੰ ਮਾਲਕ ਹੈ ਸਾਰੇ ਸੰਸਾਰ ਦਾ, ਸਾਰੇ ਜੀਵਾਂ ਦਾ। ਹੇ ਵਾਹਿਗੁਰੂ ਜੀ, ਤੁਸੀਂ ਹੀ ਸਾਰੇ ਜੀਵਾਂ ਨੂੰ ਪਾਲ ਰਹੇ ਹੋ, ਸਾਰਿਆਂ ਦਾ ਖਿਆਲ ਤੁਸੀਂ ਰੱਖ ਰਹੇ ਹੋ। ਵੀ ਹੁਣ ਮੈਂ ਆਪਣੇ ਪਰਿਵਾਰ ਸਹਿਤ
ਵੀ ਤੁਹਾਡਾ ਦਾਸ ਬਣ ਗਿਆ ਹਾਂ। ਮੋਹੇ ਕਲੱਤਰ ਸਹਿਤ ਸਭ ਗੋਲਾ, ਗੋਲਾ ਤੋਂ ਭਾਵ ਦਾਸ, ਵੀ ਮੈਂ ਆਪਣੇ ਪਰਿਵਾਰ ਸਮੇਤ ਇਹ ਵਾਹਿਗੁਰੂ ਜੀ ਤੁਹਾਡਾ ਦਾਸ ਬਣ ਗਿਆ ਹਾਂ। ਮੇਰਾ ਪੂਰਾ ਪਰਿਵਾਰ ਤੁਹਾਡਾ ਦਾਸ ਹੈ, ਕਿਉਂਕਿ ਮੈਨੂੰ ਸਮਝ ਲੱਗ ਗਈ ਹੈ ਤੁਸੀਂ ਜਿੱਥੇ ਸਾਰੇ ਸੰਸਾਰ ਨੂੰ ਪਾਲ ਰਹੇ ਹੋ, ਉੱਥੇ ਵਾਹਿਗੁਰੂ ਜੀ ਤੁਸੀਂ ਮੇਰੀ ਵੀ ਪ੍ਰਤਪਾਲਨਾ ਕਰ ਰਹੇ ਹੋ। ਹੁਣ ਇਹ ਵੀ ਸਮਝ ਲੱਗੀ ਹੈ ਮਾਣ ਤਾਣ ਸਭ ਤੂੰ ਹੈ, ਤੂੰ ਹੈ। ਇੱਕ ਨਾਮ ਤੇਰਾ ਮੈਂ ਓਲਾ, ਓਲਾ ਤੋਂ ਭਾਵ ਹੈ ਆਸਰਾ। ਹੇ ਵਾਹਿਗੁਰੂ ਜੀ, ਹੁਣ ਮੈਨੂੰ ਸਮਝ ਲੱਗਿਆ ਤੁਸੀਂ ਹੀ ਮੇਰਾ ਮਾਣ ਹੋ, ਤੁਸੀਂ ਹੀ ਮੇਰਾ ਤਾਣ। ਮਾਣ ਤਾਣ ਸਭ ਤੂੰ ਹੈ, ਸਭ ਕੁਝ ਮੇਰਾ ਤਾਂ ਤੁਸੀਂ ਹੀ ਹੋ। ਇੱਕ ਨਾਮ ਤੇਰਾ ਮੈਂ ਓਲਾ, ਹੇ ਵਾਹਿਗੁਰੂ ਜੀ ਤੁਹਾਡੇ ਨਾਮ ਦਾ ਹੀ ਮੈਨੂੰ ਸਹਾਰਾ ਹੈ। ਤੁਹਾਡੇ ਨਾਮ ਦੇ ਸਹਾਰੇ ਹੀ ਮੇਰਾ ਜੀਵਨ ਚੱਲ ਰਿਹਾ ਹੈ। ਤੁਹਾਡੇ ਨਾਮ ਦੇ ਸਹਾਰੇ ਹੀ ਇਹ ਵਾਹਿਗੁਰੂ ਜੀ ਮੈਂ ਸੰਸਾਰ ਤੇ ਵਿਚਰਿਆ, ਤੁਹਾਡਾ ਹੀ ਮੈਨੂੰ ਸਹਾਰਾ ਹੈ। ਤੁਸੀਂ ਹੀ ਮੇਰਾ ਮਾਣ ਹੋ, ਤੁਸੀਂ ਮੇਰਾ ਤਾਣ ਹੋ। ਕਿਉਂਕਿ ਆਪਾਂ ਬਚਨ ਪੜ੍ਹਦੇ ਵੀ ਆ ਨਾ ਅਰਦਾਸ ਵਿੱਚ, ਨਿਮਾਣਿਆ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਆਂ ਕੇ ਓਟ, ਨਿਆਸਰਿਆਂ ਕੇ ਆਸਰੇ। ਜਿਹਦਾ ਕੋਈ ਮਾਣ ਨਹੀਂ, ਜਿਹਦਾ ਕੋਈ ਤਾਣ ਨਹੀਂ, ਜਿਹਨੂੰ ਕਿਸੇ ਦਾ ਆਸਰਾ ਨਹੀਂ, ਉਹ ਵਾਹਿਗੁਰੂ ਉਹਦਾ ਮਾਣ ਵੀ ਹੈ, ਤਾਣ ਵੀ ਹੈ ਤੇ ਉਹਦਾ ਆਸਰਾ ਵੀ ਹੈ। ਵੀ ਉਹ ਹਰੇਕ ਨੂੰ ਮਾਣ, ਤਾਣ, ਆਸਰਾ, ਸਹਾਰਾ ਦੇਣ ਵਾਲਾ ਹੈ। ਹੁਣ ਦੇਖੋ ਅੱਗੇ ਗੁਰੂ ਸਾਹਿਬ ਨੇ ਵੀ ਸਮਝਾਇਆ ਵੀ ਤੈਨੂੰ ਵਾਹਿਗੁਰੂ ਦੀ ਰਜ਼ਾ ਚੰਗੀ ਲੱਗਣੀ ਚਾਹੀਦੀ ਹੈ। ਵੀ ਮੈਨੂੰ ਤਾਂ ਇਹ ਸਮਝ ਲੱਗੀ ਹੈ, ਗੁਰੂ ਸਾਹਿਬ ਆਖਦੇ ਨੇ ਵੀ ਇਹ ਵਾਹਿਗੁਰੂ ਜੇ ਤੂੰ ਮੈਨੂੰ ਬਾਦਸ਼ਾਹ ਬਣਾ ਕੇ ਤਖਤ ਤੇ ਬਿਠਾ ਦੇ, ਮੈਂ ਤਾਂ ਵੀ ਤੇਰਾ ਦਾਸ ਹਾਂ, ਮੈਨੂੰ ਅਹੰਕਾਰ ਨਹੀਂ। ਜੇ ਤੂੰ ਮੈਨੂੰ ਘਾਈ ਬਣਾ ਕੇ ਮੇਰੇ ਕੋਲੋਂ ਘਾਹ ਵਢਵਾਵੇਂ ਤਾਂ ਵੀ ਆਖਦੇ ਮੈਨੂੰ ਕੋਈ ਐਤਰਾਜ਼ ਨਹੀਂ। ਬਚਨ ਸੁਣਿਓ, ਜੇ ਤਖਤ ਬੈਸਾਲੈ ਤੋ ਦਾਸ ਤੁਮਾਰੇ, ਜੇ ਤੂੰ ਮੈਨੂੰ ਤਖਤ ਤੇ ਬਿਠਾ ਦੇਵੇਂ, ਮੈਨੂੰ ਬਾਦਸ਼ਾਹ ਬਣਾ ਦੇ, ਤੇ ਵਾਹਿਗੁਰੂ ਇਹਦੇ ਵਿੱਚ ਮੈਨੂੰ ਕੋਈ ਅਹੰਕਾਰ ਨਹੀਂ ਆਵੇਗਾ। ਇਹ ਤੇਰੀ ਕਿਰਪਾ, ਤੇਰੀ ਰਹਿਮਤ ਹੈ, ਮੈਂ ਤਾਂ ਵੀ ਤੇਰਾ ਦਾਸ ਹਾਂ। ਘਾਸ ਵਢਾਵੈ ਕੇਤਕ ਬੋਲਾ, ਜੇ ਤੂੰ ਮੇਰੇ ਕੋਲੋਂ ਘਾਹ ਵਢਵਾਵੇਂ। ਦੇਖੋ ਰਜਾ ਦੀ ਗੱਲ ਕੀਤੀ ਹੈ। ਇੱਕ ਪਾਸੇ ਤਖਤ ਹੈ, ਤਖਤ ਤੇ ਬੈਠਣਾ, ਤੇ ਇੱਕ ਪਾਸੇ ਘਾਈ ਬਣ ਕੇ ਘਾਹ ਖੁਤਰਨਾ। ਵੀ ਘਾਹ ਵਢਵਾਵੇਂ ਤਾਂ ਵੀ ਵਾਹਿਗੁਰੂ ਮੈਨੂੰ ਕੋਈ ਇਤਰਾਜ਼ ਨਹੀਂ, ਮੇਰਾ ਕੋਈ ਤੁਹਾਨੂੰ ਉਲਾਂਭਾ ਨਹੀਂ। ਵੀ ਮੈਨੂੰ ਤੁਹਾਡੀ ਰਜ਼ਾ ਜਿਹੜੀ ਚੰਗੀ ਲੱਗਣ ਲੱਗ ਪਈ ਹੈ, ਇਹ ਉਸ ਦਿਨ ਤੋਂ ਚੰਗੀ ਲੱਗੀ ਹੈ ਜਿਸ ਦਿਨ ਤੋਂ ਪੂਰੇ ਗੁਰੂ ਨੇ ਮੇਰੀ ਬਾਹ ਫੜੀ ਹੈ ਤੇ ਤੁਹਾਡੀ ਸੇਵਾ ਵਿੱਚ ਮੈਨੂੰ ਲਾਇਆ ਹੈ। ਹੁਣ ਮੈਨੂੰ ਤੁਹਾਡਾ ਹਰੇਕ ਕੰਮ ਮੈਨੂੰ ਚੰਗਾ ਲੱਗ ਰਿਹਾ ਹੈ, ਮੈਨੂੰ ਭਾਉਂਦਾ ਹੈ। ਹੁਣ ਮੇਰਾ ਕੋਈ ਉਲਾਂਭਾ ਨਹੀਂ ਰਿਹਾ, ਵੀ ਜਿੱਥੇ ਵੀ ਤੁਸੀਂ ਮੈਨੂੰ ਰੱਖੋਗੇ ਇਹ ਵਾਹਿਗੁਰੂ ਜੀ, ਮੈਂ ਉੱਥੇ ਹੀ ਰਹਿ ਕੇ ਤੁਹਾਡੀ ਸਿਫਤ ਸਲਾਹ ਕਰਾਂਗਾ। ਜਨ ਨਾਨਕ ਕੇ ਪ੍ਰਪੁਰਖ ਵਿਧਾਤੇ, ਮੇਰੇ ਠਾਕੁਰ ਅਗਮ ਅਤੁਲਾ। ਇਹ ਮੇਰੇ ਨਾਨਕ ਦੇ ਮਾਲਕ, ਤੁਸੀਂ ਰਚਨਹਾਰ ਹੋ। ਵਿਧਾਤੇ ਤੋਂ ਭਾਵੇਂ ਰਚਨਹਾਰ, ਸਾਰੇ ਸੰਸਾਰ ਨੂੰ ਰਚਣ ਵਾਲੇ ਹੋ। ਤੁਸੀਂ ਅਤੁੱਲ ਹੋ, ਇਹ ਤੁਹਾਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ। ਤੁਸੀਂ ਅਗਾਧ ਬੋਧ ਹੋ, ਕਿਉਂਕਿ ਸੰਸਾਰ ਤੇ ਆਪਾਂ ਜਿਸ ਵੀ ਵਸਤੂ ਨੂੰ ਵੇਖਦੇ ਆ ਉਹਨੂੰ ਤੋਲਿਆ ਮਿਣਿਆ ਗਿਣਿਆ ਜਾ ਸਕਦਾ। ਕੇਵਲ ਤਾਂ ਕੇਵਲ ਵਾਹਿਗੁਰੂ ਤੇ ਵਾਹਿਗੁਰੂ ਦੀ ਜੋ ਰਹਿਮਤ ਹੈ, ਇਹਨਾਂ ਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ। ਇਹਨਾਂ ਵਾਸਤੇ ਕੋਈ ਤਰਾਜੂ, ਕੋਈ ਪੈਮਾਨਾ ਨਹੀਂ ਬਣਿਆ। ਬਚਨ ਹੁੰਦਾ ਹੈ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗਮ ਅਗੋਚਰ ਅਤ ਵੱਡਾ, ਬਹੁਤ ਵੱਡਾ ਹੈ। ਅਤੁੱਲ ਨਾ ਤੁਲਿਆ ਜਾਏ, ਉਹਨੂੰ ਤੋਲਿਆ ਮਿਣਿਆ ਗਿਣਿਆ ਨਹੀਂ ਜਾ ਸਕਦਾ। ਉਸ ਵਾਹਿਗੁਰੂ ਤੇ ਵਾਹਿਗੁਰੂ ਦੀ ਰਹਿਮਤ ਹਨ। ਸੋ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ, ਬੜੇ ਸੋਹਣੇ ਢੰਗ ਦੇ ਨਾਲ, ਉਦਾਹਰਨਾਂ ਦੇ ਕੇ, ਬੜੇ ਸੁਖੈਨ ਢੰਗ ਦੇ ਨਾਲ, ਕਿ ਜਦੋਂ ਬਾਣੀ ਪੜਨ ਤੇ ਬਾਣੀ ਸੁਣਨ ਵਿੱਚ ਆਨੰਦ ਆਉਣ ਲੱਗ ਜੇ,
ਵੀ ਮਨ ਆਪਣੇ ਆਪ ਆਵਾਜ਼ ਮਾਰੇ ਵੀ ਉੱਠ ਬਾਣੀ ਪੜ, ਬਾਣੀ ਨੂੰ ਸੁਣਨਾ ਕਰ। ਜਾਂ ਮਨ ਆਖੇ ਵੀ ਚੱਲ ਹੁਣ ਗੁਰੂ ਘਰ ਚੱਲੀਏ, ਵੀ ਘਰ ਜਦੋਂ ਸਮਾਂ ਹੋਵੇ ਅੰਮ੍ਰਿਤ ਵੇਲੇ ਤੇ ਮਨ ਤੈਨੂੰ ਆਵਾਜ਼ ਮਾਰੇ ਵੀ ਉੱਠ ਵਾਹਿਗੁਰੂ ਜੀ ਦਾ ਨਾਮ ਜਪ। ਤੇ ਗੁਰੂ ਸਾਹਿਬ ਆਖਦੇ ਨੇ ਸਮਝ, ਪੂਰੇ ਗੁਰੂ ਨੇ ਤੇਰੀ ਬਾਹ ਫੜ ਲਈ ਹੈ ਤੇ ਤੈਨੂੰ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ ਤੇ ਤੇਰੇ ਤੇ ਬਹੁਤ ਵੱਡੀ ਕਿਰਪਾ ਰਹਿਮਤ ਹੋ ਗਈ ਹੈ ਮਾਲਕ ਦੀ। ਕਿਉਂ ਉਹਦੀ ਕਿਰਪਾ ਤੋਂ ਬਗੈਰ ਪਹਿਲਾਂ ਵੀ ਕਈ ਵਾਰ ਅਰਜ਼ ਕੀਤਾ ਤੇ ਸੱਚਾਈ ਇਹੀ ਹੈ ਵੀ ਮਨੁੱਖ ਨਾ ਤਾਂ ਗੁਰੂ ਘਰ ਆ ਸਕਦਾ ਹੈ ਤੇ ਨਾ ਹੀ ਬਾਣੀ ਪੜ ਸਕਦਾ ਤੇ ਨਾ ਹੀ ਸੁਣ ਸਕਦਾ ਹੈ। ਉਹ ਆਪ ਕਿਰਪਾ ਕਰੇ, ਗੁਰੂ ਘਰ ਲੈ ਕੇ ਆਵੇ, ਹਾਜ਼ਰੀ ਲਵਾਵੇ ਤੇ ਹਾਜ਼ਰੀ ਲੱਗਦੀ ਹੈ। ਉਹ ਕਿਰਪਾ ਕਰੇ ਤੇ ਮਨੁੱਖ ਨਾਮ ਜਪਦਾ ਤੇ ਨਾਮ ਸੁਣਦਾ, ਉਹਦੀ ਕਿਰਪਾ ਤੋਂ ਬਗੈਰ ਨਹੀਂ। ਜੇ ਆਪਾਂ ਬੈਠੇ ਇਕੱਤਰ ਹੋ ਕੇ ਵਾਹਿਗੁਰੂ ਜੀ ਦੀ ਉਸਤਤੀ ਕਰ ਰਹੇ ਹਾਂ, ਸਿਫਤ ਸਲਾਹ ਕਰ ਰਹੇ ਹਾਂ, ਵਾਹਿਗੁਰੂ ਜੀ ਸਿਫਤ ਸਲਾਹ ਦੇ ਬਚਨ ਸਾਨੂੰ ਚੰਗੇ ਲੱਗ ਰਹੇ ਨੇ, ਮਨ ਨੂੰ ਭਾਰੇ ਨੇ, ਤੇ ਇਹਦਾ ਮਤਲਬ ਵਾਹਿਗੁਰੂ ਜੀ ਦੀ ਸਾਡੇ ਤੇ ਬਹੁਤ ਵੱਡੀ ਕਿਰਪਾ ਰਹਿਮਤ ਹੋ ਗਈ ਹੈ, ਉਹਦੀ ਬਖਸ਼ਿਸ਼ ਹੋ ਗਈ ਹੈ। ਸੋ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ ਇਸ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ, ਨਾਮ ਦੀ ਦਾਤ ਬਖਸ਼ਿਸ਼ ਕਰਨ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ। ਇਹੋ ਭੁਲਾ ਚੁੱਕਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।